सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सारे बहुत ही वधिया होने आ। अज दी क्लास विच एडवर्ड थॉर्नडाइक दी इंपॉर्टेंट थ्योरी लॉ ऑफ लर्निंग नू डिस्कस करन जा रहे हैं। ये वीडियो तुहाडे पीएस टेट एग्जाम लई काफी इंपॉर्टेंट है। पीएस टेट दे प्रीवियस ईयर प्रश्न दे विचों भी इस टॉपिक चो प्रश्न रिपीट हुंदे ने एंड अपने कोल बहुत ही लिमिटेड समा रह गया है, बट फिर भी आपां इन्हां 20 दिनां विच पीएस टेट दी प्रिपरेशन बहुत ही चंगे तरीके नाल करन दी कोशिश करांगे एंड आउण वाले दिनां विच भी तुहानूं पीएस टेट दे जिहड़े प्रीवियस ईयर ने, भावें ਉਹ ਪੰਜਾਬੀ ਪੈਡਾਗੋਜੀ ਹੋਵੇ, ਅੰਗਰੇਜ਼ੀ ਪੈਡਾਗੋਜੀ ਹੋਵੇ ਜਾਂ ਫਿਰ ਬਾਲ ਵਿਕਾਸ ਦੇ ਪ੍ਰਸ਼ਨ ਹੋਣ, ਸਾਰੇ ਹੀ ਤੁਹਾਨੂੰ ਵੀਡੀਓ ਦੇ ਫਾਰਮ ਵਿੱਚ ਪ੍ਰੋਵਾਈਡ ਕਰਵਾਏ ਜਾਣਗੇ ਤਾਂ ਕਿ ਤੁਸੀਂ ਆਪਦੇ ਪੀਐਸ ਟੈਟ ਦੀ ਤਿਆਰੀ ਚੰਗੇ ਤਰੀਕੇ ਨਾਲ कर सको। सो इस दे लई तुहानूं चैनल नूं सबसक्राइब करना पवेगा। चैनल नूं सबसक्राइब जरूर कर लिओ। हुण करदे हां जी अज दी वीडियो दी गल। आपां गल कर रहे सी लॉ ऑफ लर्निंग दी। इह कंसैप्ट सब तो पहला एक साइकोलॉजिस्ट हैगे सी, मनोविग्यानी हैगे सी, जिन्हां दा नाम सी एडवर्ड थॉर्नडाइक। उन्हां वल्लों दित्ता गया सीगा लॉ ऑफ अफेक्ट, लॉ ऑफ रेडीनेस एंड लॉ ऑफ एक्सरसाइज। इनू आपां लॉ ऑफ लर्निंग दा नाम दिन्ने आ। सीक्वेंस वाइज आपां इन्हां नू बड़े ही सिंपलीफाइड तरीके नाल भी समझ लैने आ कि लॉ ऑफ इफेक्ट दे विच की हुंदा है, लॉ ऑफ रेडीनेस विच की हुंदा है एंड लॉ ऑफ एक्सरसाइज विच की हुंदा है। सब तो पहला आपां लॉ ऑफ इफेक्ट दी गल करांगे कि ਜਿਹੜਾ ਪਰਸਨ ਕੋਈ ਵੀ ਕੰਮ ਕਰ ਰਿਹਾ, ਜੇਕਰ ਉਹ ਕੰਮ ਚੰਗਾ ਹੈ ਤਾਂ ਆਪਾਂ ਸੋਚਾਂਗੇ ਕਿ ਉਹਦਾ ਜਿਹੜਾ ਇਹ ਬਿਹੇਵੀਅਰ ਹੈ ਇਹ ਰਿਪੀਟ ਹੋਣਾ ਚਾਹੀਦਾ। ਜੇਕਰ ਉਹ ਕੋਈ ਮਾੜਾ ਕੰਮ ਕਰ ਰਿਹਾ ਹੈ ਤੇ ਆਪਾਂ ਕੀ ਕਵਾਂਗੇ, ਆਪਾਂ ਸੋਚਾਂਗੇ ਕਿ ਇਹਦਾ ਜਿਹੜਾ ਬਿਹੇਵੀਅਰ ਹੈ ਉਹ ਨਾ ਰਿਪੀਟ ਹੋਵੇ। ਸੋ ਉਹਦੇ ਲਈ ਆਪਾਂ ਕਰਾਂਗੇ ਕਿ ਜੇਕਰ ਉਹ ਕੋਈ ਚੰਗਾ ਕੰਮ ਕਰ ਰਿਹਾ ਤੇ ਆਪਾਂ ਉਹਨੂੰ ਰਿਵਾਰਡ ਦਿੰਨੇ ਆ। ਸਟੂਡੈਂਟ ਵੀ ਹੋ ਸਕਦਾ ਹੈ ਤੁਹਾਡੀ ਕਲਾਸ ਦਾ, ਜਦੋਂ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਆਪਾਂ ਉਹਨੂੰ ਪਨਿਸ਼ਮੈਂਟ ਦਿੰਨੇ ਆ। ਐਗਜ਼ਾਮਪਲ ਦੇ ਥਰੂ ਆਪਾਂ ਸਮਝ ਲੈਣੇ ਆ ਕਿ ਮੰਨ ਲਓ ਇੱਕ ਸਟੂਡੈਂਟ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਸਟੱਡੀਜ਼ ਦੇ ਵਿੱਚ ਤੇ ਬਾਅਦ ਵਿੱਚ ਉਹਨੂੰ ਚੰਗੇ ਨੰਬਰ ਵੀ ਮਿਲਦੇ ਨੇ, ਉਹਨੂੰ ਇੱਕ ਰਿਵਾਰਡ ਮਿਲ ਰਿਹਾ। ਉਸ ਤੋਂ ਬਾਅਦ ਮੰਨ ਲਓ ਕਿ ਉਹ ਸੇਮ ਬੱਚਾ ਚੀਟਿੰਗ ਕਰਦਾ ਹੋਇਆ ਫੜਿਆ ਗਿਆ, ਫਿਰ ਆਪਾਂ ਉਹਨੂੰ ਪਨਿਸ਼ਮੈਂਟ ਦਿੰਨੇ ਆ। ਸੋ ਜਦੋਂ ਆਪਾਂ ਉਹਨੂੰ ਪਨਿਸ਼ਮੈਂਟ ਦੇਤੀ ਤੇ ਉਹਨੇ ਉਹ ਜਿਹੜਾ ਬਿਹੇਵੀਅਰ ਹੈਗਾ ਜੀ ਉਹ ਰਿਪੀਟ ਨਹੀਂ ਕਰੂਗਾ। ਜਦੋਂ ਉਹਨੂੰ ਚੰਗੇ ਨੰਬਰ ਮਿਲੇ ਸੀਗੇ ਤੇ ਉਹਨੂੰ ਹੋਰ ਮੋਟੀਵੇਸ਼ਨ ਮਿਲੂਗੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਨੂੰ ਹੋਰ ਪੜ੍ਹਾਈ ਕਰਨੀ ਚਾਹੀਦੀ ਹੈ। ਇਹਨੂੰ ਹੀ ਆਪਾਂ ਲਾਅ ਆਫ ਇਫੈਕਟ ਦਾ ਨਾਮ ਦਿੰਨੇ ਆ। ਦੂਸਰੇ ਨੰਬਰ ਤੇ ਜਿਹੜਾ ਤੁਹਾਡਾ ਲਾਅ ਆਫ ਲਰਨਿੰਗ ਹੈ ਉਹ ਹੈ ਜੀ ਲਾਅ ਆਫ ਰੈਡੀਨੈਸ। ਮੰਨ ਲਓ ਤੁਸੀਂ ਕਲਾਸ ਵਿੱਚ ਜਾਂਦੇ ਹੋ ਬੱਚਿਆਂ ਨੂੰ ਪੜ੍ਹਾਉਣ ਲਈ, ਬਟ ਬੱਚੇ ਤਿਆਰ ਹੀ ਨਹੀਂ ਤੁਹਾਡੀ ਗੱਲ ਨੂੰ ਸੁਣਨ ਲਈ, ਤੁਸੀਂ ਕਿਵੇਂ ਪੜ੍ਹਾ ਸਕਦੇ ਹੋ? ਮੰਨ ਲਓ ਤੁਸੀਂ ਜਾਂਦੇ ਹੋ ਕਲਾਸ ਵਿੱਚ ਪੜ੍ਹਾਉਣ ਲਈ, ਬਟ ਐਤਕੀ ਟੀਚਰ ਹੀ ਤਿਆਰ ਨੇ ਬੱਚਿਆਂ ਨੂੰ ਪੜ੍ਹਾਉਣ ਲਈ। ਕੀ ਪਤਾ ਟੀਚਰ ਦਾ ਜਿਹੜਾ ਦਿਮਾਗ ਹੈ ਜੀ ਉਹ ਹੋ ਸਕਦਾ ਹੈ ਕਿਤੇ ਹੋਰ ਗੱਲਾਂ ਵਿੱਚ ਹੋਵੇ। ਮੈਕਸਿਮਮ ਟਾਈਮ ਨਹੀਂ, ਬਟ ਸਮ ਟਾਈਮ ਇਹੋ ਜਿਹਾ ਵੀ ਹੋ ਜਾਂਦਾ ਹੁੰਦਾ। ਬਟ ਮੰਨ ਲਓ ਜਦੋਂ ਇਹੋ ਜਿਹੀ ਕੋਈ ਸਿਚੁਏਸ਼ਨ ਆ ਜਾਵੇ ਤੇ ਆਪਾਂ ਕੀ ਕਹਿ ਸਕਦੇ ਹਾਂ ਕਿ ਜਦੋਂ ਰੈਡੀਨੈਸ ਹੀ ਨਾ ਹੋਵੇ, ਭਾਵੇਂ ਉਹ ਸਟੂਡੈਂਟ ਵੱਲੋਂ ਹੋਵੇ ਜਾਂ ਫਿਰ ਟੀਚਰ ਵੱਲੋਂ ਹੋਵੇ, ਇਸ ਸਿਚੁਏਸ਼ਨ ਵਿੱਚ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਜੀ ਉਹ ਚੰਗੇ ਤਰੀਕੇ ਨਾਲ ਨਹੀਂ ਹੋ ਸਕਦਾ। ਸੋ ਲਾਅ ਆਫ ਰੈਡੀਨੈਸ ਵਿੱਚ ਆਪਾਂ ਇਹ ਸਮਝਦੇ ਹਾਂ ਕਿ ਲੋਕ ਉਦੋਂ ਜ਼ਿਆਦਾ ਸਿੱਖਦੇ ਨੇ ਜਦੋਂ ਉਹ ਮੋਟੀਵੇਟਡ ਹੋਣ, ਤਿਆਰ ਹੋਣ ਸਿੱਖਣ ਲਈ। ਜਿਵੇਂ ਕਿ ਮੰਨ ਲਓ ਕੋਈ ਸਟੂਡੈਂਟ ਇੰਟਰਸਟ ਰੱਖਦਾ ਹੈ, ਰੁਚੀ ਰੱਖਦਾ ਹੈ ਸਾਇੰਸ ਦਾ ਵਿਸ਼ਾ ਸਿੱਖਣ ਲਈ, ਸੋ ਉਹ ਕੀ ਕਰੇਗਾ ਜੀ, ਆਲਵੇਜ਼ ਮੋਟੀਵੇਟਡ ਰਹੇਗਾ, ਜਿਹਦੇ ਕਰਕੇ ਉਹ ਅਟੈਂਸ਼ਨ ਪੇ ਕਰੇਗਾ। ਅਟੈਂਸ਼ਨ ਪੇ ਕਰਨ ਦਾ ਮਤਲਬ ਇਹ ਹੈ ਕਿ ਉਹ ਧਿਆਨ ਦੇਵੇਗਾ ਜਦੋਂ ਵੀ ਉਹਦੇ ਟੀਚਰ ਕਲਾਸ ਵਿੱਚ ਉਹਨੂੰ ਕੋਈ ਵੀ ਚੀਜ਼ ਸਮਝਾਉਣਗੇ। ਮਤਲਬ ਇਹ ਕਿ ਕੋਈ ਵੀ ਪਰਸਨ ਉਦੋਂ ਤੱਕ ਨਹੀਂ ਸਿੱਖ ਸਕਦਾ ਜਦੋਂ ਲਾਅ ਆਫ ਰੈਡੀਨੈਸ ਨਾ ਹੋਵੇ, ਉਹ ਖੁਦ ਤਿਆਰ ਨਾ ਹੋਵੇ। ਸੋ ਆਪਾਂ ਲਾਅ ਆਫ ਲਰਨਿੰਗ ਦੇ ਵਿੱਚ ਲਾਅ ਆਫ ਰੈਡੀਨੈਸ ਨੂੰ ਕੁਝ ਇਸ ਤਰ੍ਹਾਂ ਸਮਝ ਸਕਦੇ ਹਾਂ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ, ਆਪਾਂ ਥਰਡ ਲਾਅ ਆਫ ਐਕਸਰਸਾਈਜ਼ ਨੂੰ ਵੀ ਸਮਝ ਲੈਂਦੇ ਹਾਂ ਕਿ ਜਦੋਂ ਆਪਾਂ ਕੋਈ ਚੀਜ਼ ਸਿੱਖ ਲਈ ਹੈ ਤੇ ਆਪਾਂ ਉਹਨੂੰ ਵਾਰ-ਵਾਰ ਪ੍ਰੈਕਟਿਸ ਕਰਦੇ ਰਹਿੰਦੇ ਹਾਂ, ਸੋ ਆਪਾਂ ਉਹ ਸੇਮ ਜਾਂ ਫਿਰ ਕਿਸੇ ਸਪੈਸੀਫਿਕ ਸਬਜੈਕਟ ਵਿੱਚ ਵਧੀਆ ਹੋ ਸਕੀਏ। ਕਿਸੇ ਪਰਸਨ ਦਾ ਜਿਹੜਾ ਮੈਥ ਹੈ ਜੀ ਉਹ ਬਹੁਤ ਚੰਗਾ ਹੁੰਦਾ ਹੈ, ਔਰ ਕਈ ਵਾਰ ਤੁਸੀਂ ਵੇਖਿਆ ਵੀ ਹੋਊਗਾ ਕਿ ਉਹ ਜਿਹੜੇ ਪਰਸਨ ਨੇ ਜੀ ਉਹ ਆਲਵੇਜ਼ ਪ੍ਰੈਕਟਿਸ ਕਰਦੇ ਰਹਿੰਦੇ ਨੇ ਜਿਹੜੇ ਸਬਜੈਕਟ ਵਿੱਚ ਉਹ ਵਧੀਆ ਹੁੰਦੇ ਨੇ। ਇਸੇ ਤਰ੍ਹਾਂ ਹੀ ਕੋਈ ਸਟੂਡੈਂਟ ਹੈ ਜੀ ਇੰਸਟਰੂਮੈਂਟ ਵਜਾ ਰਿਹਾ, ਕੋਈ ਤਬਲਾ ਹੋ ਸਕਦਾ ਹੈ ਜਾਂ ਫਿਰ ਕੋਈ ਹੋਰ ਮਿਊਜ਼ੀਕਲ ਇੰਸਟਰੂਮੈਂਟ ਹੋ ਸਕਦਾ ਹੈ। ਜਿਵੇਂ ਜਿਵੇਂ ਉਹ ਪ੍ਰੈਕਟਿਸ ਕਰਦੇ ਜਾਣਗੇ ਉਸ ਫੀਲਡ ਵਿੱਚ ਉਹ ਬਹੁਤ ਵਧੀਆ ਕਰਦੇ ਜਾਣਗੇ। ਸੋ ਇਹਨੂੰ ਆਪਾਂ ਲਾਅ ਆਫ ਐਕਸਰਸਾਈਜ਼ ਦਾ ਨਾਮ ਦਿੰਨੇ ਆ। ਐਡਵਰਡ ਥੌਰਨਡਾਈਕ ਨੇ ਲਾਅ ਆਫ ਲਰਨਿੰਗ ਦੀ ਗੱਲ ਕੀਤੀ ਸੀਗੀ ਐਂਡ ਇਹ ਤਿੰਨੇ ਗੱਲਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਨੇ। ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਵੇਖਣ ਲਈ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇਹਨਾਂ ਟੌਪਿਕ ਵਿੱਚੋਂ ਹੀ ਤੁਹਾਡੇ ਜਿਹੜੇ ਪ੍ਰਸ਼ਨ ਨੇ ਪੀਐਸ ਟੈਟ ਦੇ ਵਿੱਚ ਬਣ ਜਾਂਦੇ ਨੇ, ਕਿਉਂਕਿ ਮੈਂ ਪ੍ਰੀਵੀਅਸ ਈਅਰ ਨੂੰ ਵੀ ਬੜੇ ਧਿਆਨ ਨਾਲ ਐਨਾਲਾਈਜ਼ ਕੀਤਾ ਹੈ ਐਂਡ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪੀਐਸ ਟੈਟ ਦੇ ਪ੍ਰੀਵੀਅਸ ਈਅਰ ਵੀ ਪ੍ਰੋਵਾਈਡ ਕਰਵਾਏ ਜਾਣਗੇ। ਰੋਜ਼ ਹੀ ਤੁਹਾਨੂੰ ਇੱਕ ਵੀਡੀਓ ਪ੍ਰੋਵਾਈਡ ਕਰਵਾਈ ਜਾਏਗੀ
ਜਿਹਦੇ ਵਿੱਚ ਤੁਹਾਨੂੰ ਪੀਐਸ ਟੈਟ ਦੇ ਪ੍ਰੀਵੀਅਸ ਈਅਰ ਸੋਲਵ ਕਰਨ ਤੋਂ ਬਾਅਦ ਅੰਦਾਜ਼ਾ ਲੱਗ ਜਾਏਗਾ ਕਿ ਤੁਹਾਡਾ ਜਿਹੜਾ ਪੇਪਰ ਹੈ ਆਉਣ ਵਾਲਾ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।